ਜ਼ਿਕਰ ਕਰਦੇ ਹਾਂ ਅਲਟੀਮੇਟਮ ਦਾ। ਅਲਟੀਮੇਟਮ ਦਿੱਤਾ ਗਿਆ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 24 ਘੰਟੇ ਦਾ ਪੰਜਾਬ ਸਰਕਾਰ ਨੂੰ, ਤੇ 24 ਘੰਟਿਆਂ ਦੇ ਵਿੱਚ ਹੁਣ ਜਵਾਬ ਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ। ਔਰ ਸਿੱਧਾ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਤੇ ਨਿਸ਼ਾਨਾ ਸਾਧਿਆ ਹੈ। ਔਰ ਜਥੇਦਾਰ ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਭਗਵੰਤ ਮਾਨ ਨੇ ਇਹ ਕਿਹਾ ਹੈ ਕਿ ਤੁਸੀਂ ਐਸਜੀਪੀਸੀ ਤੇ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਹ ਗੱਲ ਸੀਐਮ ਭਗਵੰਤ ਮਾਨ ਵੱਲੋਂ ਕਹੀ ਗਈ ਹੈ। ਉਹਨਾਂ ਕਿਹਾ ਹੈ ਕਿ ਬਾਦਲਾਂ ਨੇ ਕਈ ਜਥੇਦਾਰਾਂ ਨੂੰ ਆਪਣੇ ਸਵਾਰਥਾਂ ਦੇ ਲਈ ਵਰਤਿਆ ਹੈ। ਸੀਐਮ ਵੱਲੋਂ ਜਵਾਬ ਦਿੱਤਾ ਗਿਆ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਲਟੀਮੇਟਮ ਦਾ। ਔਰ ਉਹਨਾਂ ਨੇ ਕਿਹਾ ਕਿ ਅਲਟੀਮੇਟਮ ਜੇ ਤੁਸੀਂ ਦੇਣਾ ਸੀ ਤਾਂ ਤੁਸੀਂ ਬੇਅਦਬੀ ਤੇ ਗਾਇਬ ਸਰੂਪਾਂ ਦੇ ਮਾਮਲੇ 'ਚ ਦਿੰਦੇ। ਤੁਸੀਂ ਹੱਸਦੇ ਵਸਦੇ ਲੋਕਾਂ ਨੂੰ ਭੜਕਾਉਣ ਲਈ ਅਲਟੀਮੇਟਮ ਨਹੀਂ ਦੇ ਸਕਦੇ ਜਾਂ ਨਹੀਂ ਦੇਣਾ ਚਾਹੀਦਾ। ਇਹ ਗੱਲ ਸੀਐਮ ਭਗਵੰਤ ਮਾਨ ਵੱਲੋਂ ਕਹੀ ਗਈ। ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤੇ ਐਸਜੀਪੀਸੀ ਜਿਹੜੇ ਨੇ ਉਹ ਬਾਦਲਾਂ ਦਾ ਪੱਖ ਪੂਰਦੇ ਹੋ। ਇਹ ਗੱਲ ਕਹੀ ਗਈ ਹੈ ਸੀਐਮ ਭਗਵੰਤ ਮਾਨ ਵੱਲੋਂ। ਸਿੱਧਾ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਹੈ, ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਔਰ ਨਾਲ ਦੀ ਨਾਲ ਜਥੇਦਾਰ ਅਕਾਲ ਤਖਤ ਤੇ ਵੀ ਨਿਸ਼ਾਨਾ ਸਾਧਿਆ ਹੈ ਸੀਐਮ ਭਗਵੰਤ ਮਾਨ ਨੇ। ਦਰਅਸਲ ਕੱਲ ਇੱਕ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 24 ਘੰਟਿਆਂ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ ਸੀ। ਟਵੀਟ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ। ਉਸਦੇ ਜਵਾਬ ਦੇ ਵਿੱਚ ਕੀ ਕਹਿ ਰਹੇ ਨੇ? ਟਵੀਟ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਲਿਖਿਆ ਹੈ ਕਿ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਭ ਨੂੰ ਪਤਾ ਹੈ ਕਿ ਤੁਸੀਂ ਤੇ ਐਸਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ, ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਲਈ ਵਰਤਿਆ ਹੈ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਤੇ ਗਾਇਬ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ, ਨਾ ਕਿ ਹੱਸਦੇ ਵਸਦੇ ਲੋਕਾਂ ਨੂੰ ਭੜਕਾਉਣ ਲਈ। ਇਹ ਟਵੀਟ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ। ਯਾਨੀ ਇਸ ਟਵੀਟ ਦੇ ਵਿੱਚ ਬਹੁਤ ਕੁਝ ਹੈ। ਜੇ ਇੱਕ ਲਾਈਨ ਦਾ ਅਸੀਂ ਜ਼ਿਕਰ ਕਰੀਏ, ਜੋ ਸੀਐਮ ਨੇ ਆਪਣੇ ਟਵੀਟ ਦੇ ਵਿੱਚ ਪਹਿਲੀ ਲਾਈਨ ਲਿਖੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੁਖਾਤਬ ਹੁੰਦੇ ਹੋਏ, ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤੇ ਐਸਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਪੁਰਾਣੇ ਸਮੇਂ ਦੀ ਗੱਲ ਕਰ ਰਹੇ ਨੇ ਸੀਐਮ ਭਗਵੰਤ ਮਾਨ, ਜੋ ਪਿਛਲੇ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਤੇ ਕਾਬਜ਼ ਹੋਇਆ ਉਦੋਂ ਤੋਂ ਲੈ ਕੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਸੀਐਮ ਨੇ, ਜਾਂ ਸਿੱਧੇ ਤੌਰ ਤੇ ਕਿਹਾ ਵੀ ਹੈ ਆਪਣੇ ਟਵੀਟ ਦੇ ਵਿੱਚ ਕਿ ਜਥੇਦਾਰ ਜਿੰਨੇ ਵੀ ਪਹਿਲਾਂ ਬਣੇ ਨੇ ਉਹ ਵੀ ਬਾਦਲਾਂ ਦੇ ਕਹਿਣ ਤੇ ਚੱਲਦੇ ਰਹੇ ਨੇ, ਬਾਦਲ ਪਰਿਵਾਰ ਦੇ ਕਹਿਣ ਤੇ ਚੱਲਦੇ ਰਹੇ ਨੇ। ਔਰ ਜੇ ਹੁਣ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਫੈਸਲੇ ਲੈ ਰਹੇ ਹੋ ਇਸ ਦਾ ਵੀ ਫਾਇਦਾ ਅਕਾਲੀ ਦਲ ਨੂੰ ਕਿਸੇ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਹੈ। ਇਹ ਗੱਲ ਸੀਐਮ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਇਤਿਹਾਸ ਦੇਖੋ, ਇਹ ਵੀ ਉਹਨਾਂ ਨੇ ਕਿਹਾ ਹੈ ਕਿ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਲਈ ਵਰਤਿਆ। ਯਾਨੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਉਹਨਾਂ ਤੇ ਵੀ, ਖਾਸ ਕਰਕੇ ਜਦੋਂ ਤੋਂ ਅਕਾਲੀ ਦਲ ਐਸਜੀਪੀਸੀ ਜਿਹੜੀ ਹੈ ਉਹ ਅਕਾਲੀ ਦਲ ਦੇ ਕੋਲ ਹੈ ਜਾਂ ਐਸਜੀਪੀਸੀ ਤੇ ਅਕਾਲੀ ਦਲ ਕਾਬਜ਼ ਹੈ, ਉਦੋਂ ਤੋਂ ਲੈ ਕੇ ਜ਼ਿਕਰ ਸੀਐਮ ਭਗਵੰਤ ਮਾਨ ਨੇ ਕੀਤਾ ਹੈ। ਔਰ ਉਹਨਾਂ ਇਹ ਵੀ ਕਿਹਾ ਕਿ ਅਗਲੀ ਲਾਈਨ ਦੇ ਵਿੱਚ ਕਿ ਚੰਗਾ ਹੁੰਦਾ ਜੇ ਅਲਟੀਮੇਟਮ ਤੁਸੀਂ ਬੇਅਦਬੀ ਤੇ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ 'ਚ ਜਾਰੀ ਕਰਦੇ। ਸੋ ਇੱਕ ਤਰੀਕੇ ਨਾਲ ਇਸ ਮੁੱਦੇ ਤੇ ਵੀ ਸੀਐਮ ਭਗਵੰਤ ਮਾਨ ਨੇ ਘੇਰਨ ਦੀ ਕੋਸ਼ਿਸ਼ ਕੀਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਤੁਸੀਂ ਅਲਟੀਮੇਟਮ ਅੱਜ ਜਾਰੀ ਕਰ ਰਹੇ ਹੋ ਜਦੋਂ ਸਰਕਾਰ ਕਾਰਵਾਈ ਕਰ ਰਹੀ ਹੈ ਪੰਜਾਬ ਦੀ ਸਿਚੁਏਸ਼ਨ ਦੇ, ਪੰਜਾਬ ਦੀ ਸਥਿਤੀ ਦੇ ਮੱਦੇਨਜ਼ਰ। ਤਾਂ ਤੁਸੀਂ ਉਸ ਵੇਲੇ ਜਦੋਂ ਸਥਿਤੀ ਖਰਾਬ ਸੀ ਉਦੋਂ ਅਲਟੀਮੇਟਮ ਕਿਉਂ ਨਹੀਂ ਦਿੱਤਾ? ਹਾਲਾਂਕਿ ਉਸ ਵੇਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਹੀਂ ਸਨ, ਪਰ ਉਹਨਾਂ ਨੇ ਪਹਿਲਾਂ ਵਾਲੇ ਜਥੇਦਾਰਾਂ ਦਾ ਵੀ ਜ਼ਿਕਰ ਕੀਤਾ ਹੈ। ਔਰ ਇਹ ਵੀ ਕਿਹਾ ਹੈ ਕਿ ਹੁਣ ਜਦੋਂ ਦੇ ਤੁਸੀਂ ਆਏ ਹੋ ਤੁਸੀਂ ਕਦੇ ਬੇਅਦਬੀ ਜਾਂ ਗਾਇਬ ਹੋਏ ਸਰੂਪਾਂ ਦੇ ਮਾਮਲੇ 'ਚ ਅਲਟੀਮੇਟਮ ਕਿਉਂ ਨਹੀਂ ਦਿੱਤਾ? ਇਹ ਸਵਾਲ ਪੁੱਛਿਆ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ। ਸੋ ਇੱਕ ਟਵੀਟ ਦੇ ਵਿੱਚ ਜਾਂ 4-5 ਲਾਈਨਾਂ ਦੇ ਵਿੱਚ ਸੀਐਮ ਨੇ ਕਾਫੀ ਸਾਰੇ ਮੁੱਦੇ ਛੂ ਕੇ ਨਿਸ਼ਾਨੇ ਤੇ ਲੈਣ ਦੀ ਕੋਸ਼ਿਸ਼ ਕੀਤੀ ਹੈ ਅਕਾਲੀ ਦਲ ਨੂੰ, ਐਸਜੀਪੀਸੀ ਨੂੰ ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ। ਟਵੀਟ ਅਸੀਂ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਸੀਐਮ ਨੇ ਪੂਰਾ ਟਵੀਟ ਦੇ ਵਿੱਚ ਕੀ ਲਿਖਿਆ ਹੈ। ਉਹਨਾਂ ਨੇ ਲਿਖਿਆ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਭ ਨੂੰ ਪਤਾ ਹੈ ਕਿ ਤੁਸੀਂ ਤੇ ਐਸਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ, ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਲਈ ਵਰਤਿਆ ਹੈ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਤੇ ਗਾਇਬ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਲਈ ਜਾਰੀ ਕਰਦੇ, ਨਾ ਕਿ ਹੱਸਦੇ ਵਸਦੇ ਲੋਕਾਂ ਨੂੰ ਭੜਕਾਉਣ ਲਈ। ਇਹ ਟਵੀਟ ਕਰਕੇ ਜਵਾਬ ਦਿੱਤਾ ਗਿਆ ਹੈ ਅਲਟੀਮੇਟਮ ਦਾ। ਔਰ ਕਾਫੀ ਗੱਲਾਂ ਮੁੱਖ ਮੰਤਰੀ ਨੇ ਇਸ ਟਵੀਟ ਦੇ ਜ਼ਰੀਏ ਹੋਰ ਵੀ ਸਪਸ਼ਟ ਕਰ ਦਿੱਤੀਆਂ ਨੇ ਕਿ ਸਰਕਾਰ ਜੋ ਕਾਰਵਾਈ ਕਰ ਰਹੀ ਹੈ ਔਰ ਜਿਸ ਕਾਨੂੰਨ ਦੇ ਤਹਿਤ ਕਾਰਵਾਈ ਕਰ ਰਹੀ ਹੈ ਉਹ ਉਸੇ ਤਰੀਕੇ ਨਾਲ ਚੱਲੇਗੀ। ਔਰ ਕਿਸੇ ਅਲਟੀਮੇਟਮ ਦੇ ਚੱਲਦੇ ਸਰਕਾਰ ਆਪਣੀ ਇਸ ਸਖਤੀ ਨੂੰ, ਖਾਸ ਕਰਕੇ ਜਿਹੜੇ ਵਿਅਕਤੀ ਕਿਸੇ ਨਾ ਕਿਸੇ ਐਸੀ ਕਾਨੂੰਨੀ ਜਿਹੜੀ ਗੈਰ ਕਾਨੂੰਨੀ ਗਤੀਵਿਧੀ ਹੈ ਉਸ 'ਚ ਕੋਈ ਸ਼ਾਮਿਲ ਹੋਇਆ ਤਾਂ
ਉਸ ਦੇ ਪ੍ਰਤੀ ਢਿੱਲਾ ਰਵੱਈਆ ਨਹੀਂ ਅਪਣਾਏਗੀ। यानी ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਇਹ ਜਵਾਬ ਮੁੱਖ ਮੰਤਰੀ ਵੱਲੋਂ ਦੇ ਦਿੱਤਾ ਗਿਆ ਹੈ। सो जथेदार अकाल तख्त साहब वालों की कुछ किया गया सी। जथेदार अकाल तख्त साहब ने कल अपनी एक स्पीच दी सी और उस स्पीच दे विच कई गल्लां कहीआं सी जिस मौके ते उन्होंने 24 घंटे का अल्टीमेटम दिता सी। एक बारी वो स्पीच भी तुहानूं सुना देंगे। कि असीं अज दा इह इकट्ठ श्री अकाल तख्त साहब तो ये ऐलान करदा है कि जिहड़े बेकसूर नौजवान पकड़े ने ਅਸੀਂ ਉਹਨਾਂ ਦੇ ਨਾਲ ਹਾਂ 100%। ਕੋਈ ਇਹ ਨਾ ਸਮਝੇ ਵੀ ਪਤਾ ਨਹੀਂ ਨਾਲ ਹੈਗੇ ਆ ਕਿ ਨਹੀਂ ਹੈਗੇ ਅਸੀਂ ਉਹਨਾਂ ਦੇ ਨਾਲ ਹਾਂ। ਜਿਹੜੇ ਬੇਕਸੂਰ ਨੌਜਵਾਨ ਸਾਡੇ ਫੜੇ ਨੇ ਅਸੀਂ ਉਹਨਾਂ ਦੇ 100% ਨਾਲ ਹਾਂ ਔਰ ਸਰਕਾਰ ਨੂੰ ਅਸੀਂ ਇਹ ਤਾੜਨਾ ਕਰਦੇ ਹਾਂ ਕਿ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਮੁੰਡੇ ਛੱਡੇ ਜਾਣ। और तीसरा ਜਿਹੜੀਆਂ ਸਾਡੀਆਂ ਗੱਡੀਆਂ ਮੋਟਰਸਾਈਕਲ ਚਲੋ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਰਕਾਰ ਤੋਂ ਕਿ ਉਹ ਟੁੱਟ ਗਈਆਂ ਤੇ ਉਹਨਾਂ ਨੂੰ ਠੀਕ ਕਰਾ ਕੇ ਦਿਓ। ਸਾਡੇ ਕੋਲ ਬੈਠੇ ਨੇ ਪਰਮਜੀਤ ਸਿੰਘ ਢਾਡੀ ਵਰਗੇ, ਇੰਗਲੈਂਡ ਦੀ ਸੰਗਤ ਬੈਠੀ ਹੈ, ਕੈਨੇਡਾ ਦੀ ਸੰਗਤ ਬੈਠੀ ਹੈ, ਠੀਕ ਅਸੀਂ ਆਪੇ ਕਰਾ ਲਾਂਗੇ ਪਰ ਸਾਡੀਆਂ ਗੱਡੀਆਂ ਰਿਲੀਜ਼ ਕੀਤੀਆਂ ਜਾਣ। ਜਿਸ ਦੇ ਵਿੱਚ ਉਹਨਾਂ ਵੱਲੋਂ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜਿੰਨੇ ਵੀ ਨੌਜਵਾਨ ਜਿਹੜੇ ਫੜੇ ਗਏ ਨੇ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਛੱਡਿਆ ਜਾਵੇ। ਯਾਨੀ ਸਾਰੇ ਜਿੰਨੇ ਸਰਕਾਰ ਨੇ 7 ਜਾਂ 8 ਜਣਿਆਂ ਤੇ NSA ਲਗਾਇਆ ਔਰ 40 ਦੇ ਕਰੀਬ ਐਸੇ ਵਿਅਕਤੀ ਨੇ ਜਿਨ੍ਹਾਂ ਤੇ ਹੋਰ ਵੱਖ-ਵੱਖ ਕਾਨੂੰਨਾਂ ਦੇ ਤਹਿਤ ਗੈਰ ਕਾਨੂੰਨੀ ਗਤੀਵਿਧੀਆਂ ਦੇ ਚੱਲਦੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ। ਸੋ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਸੀ ਉਹਨਾਂ ਬਾਰੇ ਸਰਕਾਰ ਨੇ ਕਿਹਾ ਕਿ ਅਸੀਂ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਛੱਡ ਰਹੇ ਹਾਂ। ਇਹ ਪੂਰਾ ਬਿਊਰਾ ਸੀ ਜੋ ਸਰਕਾਰ ਵੱਲੋਂ ਦਿੱਤਾ ਗਿਆ। ਉਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਦਾ ਬਿਆਨ ਆਉਂਦਾ ਕਿ 24 ਘੰਟਿਆਂ ਦੇ ਵਿੱਚ ਸਾਰਿਆਂ ਨੂੰ ਛੱਡੋ ਨਹੀਂ ਤੇ ਅਸੀਂ ਅਗਲੀ ਰਣਨੀਤੀ ਉਲੀਕਾਂਗੇ। ਅਲਟੀਮੇਟਮ 24 ਘੰਟੇ ਦਾ ਦਿੱਤਾ ਗਿਆ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਤੇ ਹੁਣ ਉਸੇ ਅਲਟੀਮੇਟਮ ਤੋਂ ਬਾਅਦ ਸੀਐਮ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ट्वीट करके इसका जवाब दिता है और उस ट्वीट दे विच उन्होंने सीधा अकाल तख्त साहब के जथेदार ते सीधा श्रोमणी अकाली दल ते सीधा बादल परिवार ते और सीधा SGPC ते सीएम वालों निशाना लाया गया है अपने इको ट्वीट के जरिए। ट्वीट एक बार फिर दस दिने हैं। सीएम भगवंत मान ने अपने ट्वीट दे विच लिखा है कि जथेदार श्री अकाल तख्त साहब जी ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਲਈ ਵਰਤਿਆ। ਅੱਗੇ ਸੀਐਮ ਨੇ ਲਿਖਿਆ ਕਿ ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ ਵਸਦੇ ਲੋਕਾਂ ਨੂੰ ਭੜਕਾਉਣ ਲਈ। ਸੋ ਇਹ ਟਵੀਟ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਵਲਟੋਆ ਜੁੜੇ ਨੇ। ਵਲਟੋਆ ਸਾਹਿਬ, ਸੀਐਮ ਮਾਨ ਦਾ ਟਵੀਟ ਹੈ, ਜੇ ਤੁਸੀਂ ਸੁਣ ਲਿਆ ਠੀਕ ਹੈ, ਮੈਂ ਇੱਕ ਵਾਰੀ ਦੁਬਾਰਾ ਪੜ੍ਹ ਕੇ ਵੀ ਦੱਸ ਸਕਦਾ ਇਸ ਤੇ ਤੁਹਾਡਾ ਪਹਿਲਾ ਪ੍ਰਤੀਕਰਮ। ਡਾਕਟਰ ਸਾਹਿਬ, ਮੱਥੇ ਨੂੰ ਹੱਥ ਮਾਰਨ ਨੂੰ ਜੀ ਕਰਦਾ ਹੈ ਕਿ ਅੱਜ ਕਿੰਨਾ ਲੋਕਾਂ ਦੇ ਹੱਥ 'ਚ ਪੰਜਾਬ ਦੀ ਵਾਗਡੋਰ ਹੈ ਜੀ। ਇਹ ਧਰਤੀ ਹੈ ਜਿੱਥੇ ਸਮੁੱਚੇ ਪੰਜਾਬੀ ਤੇ ਖਾਸ ਕਰਕੇ ਸਿੱਖ ਜਿਹੜੇ ਨੇ ਆਪਣੀ ਗੌਰਵਮਈ ਧਰਤੀ ਸਮਝਦੇ ਹੈ ਤੇ ਇਸ ਗੌਰਵਮਈ ਧਰਤੀ ਦਾ ਇਤਿਹਾਸ ਜਿਹੜਾ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੁਆਲੇ ਘੁੰਮਦਾ ਹੈ। ਔਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ, ਉੱਥੇ ਜਥੇਦਾਰ ਕੋਈ ਵੀ ਬੈਠਾ ਹੋ ਸਕਦਾ ਆ ਜੀ, ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਰਗੇ ਜਥੇਦਾਰ ਜਿਨ੍ਹਾਂ ਨੇ ਕੱਲ ਜੇ ਇੱਕ ਸ਼ਬਦ ਬੋਲਿਆ ਤੇ ਜਿਹੜਾ ਅਰਥ ਰੱਖਦਾ ਸੀਗਾ ਤੇ ਕਿਸੇ ਤਰ੍ਹਾਂ ਦੀ ਭੜਕਾਉਣ ਵਾਲੀ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਨੂੰ ਭੜਕਾਉਣਾ ਚਾਹੁੰਦੀਆਂ ਨੇ ਪਰ ਅਸੀਂ ਭੜਕਣਾ ਨਹੀਂ, ਜੋ ਸਰਕਾਰਾਂ ਚਾਹੁੰਦੀਆਂ ਨੇ ਉਹ ਨਹੀਂ ਕਰਨਾ। ਔਰ ਜੇ ਉਹਨਾਂ ਨੇ ਅਲਟੀਮੇਟਮ ਦਿੱਤਾ ਹੈ, ਉਹ ਕੌਮ ਦੇ ਜਥੇਦਾਰ ਨੇ ਔਰ ਕੌਮ ਸਾਰੀ ਨੇ ਫੈਸਲਾ ਕੀਤਾ ਆ, ਕੌਮ ਦੀਆਂ ਮਹਾਨ ਜਥੇਬੰਦੀਆਂ ਨੇ ਉੱਥੇ ਫੈਸਲਾ ਕੀਤਾ ਆ। ਔਰ ਤੁਸੀਂ ਫਿਰ ਆਪਣਾ ਉਹੀ ਜ਼ਹਿਰੀਲੀ ਗੱਲ ਕਿ ਤੁਸੀਂ ਬਾਦਲਾਂ ਦੇ ਜੇ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇ, ਹਾਂਜੀ, ਇੱਕ ਕੌਮ ਦਾ ਜਥੇਦਾਰ ਹੋਵੇ ਤੇ ਮੁੱਖ ਮੰਤਰੀ ਤੇ ਫਿਰ ਕਹਿ ਦਈਏ ਕਿ ਤੂੰ ਕੇਜਰੀਵਾਲ ਦਾ ਆ
ਜਾਂ ਜਿਹੜੇ ਹੋਰ ਹੈਗੇ ਉਹਨਾਂ ਦਾ ਹੀ ਹੈ। ਹਾਂਜੀ, ਇਹ ਗੱਲ ਬਣ ਜਾਊਗੀ। ਹਾਂਜੀ, ਇਸ ਕਰਕੇ ਜਿਹੜਾ ਆ ਇਹ ਜੇ ਭਗਵੰਤ ਮਾਨ ਹੋਰੀ ਜਥੇਦਾਰ ਸਾਹਿਬ ਹੋਰਾਂ ਦਾ ਸਤਿਕਾਰ ਨਹੀਂ ਸੀ ਕਰ ਸਕਦੇ, ਸਤਿਕਾਰ ਤੇ ਸ਼ਬਦ ਨਹੀਂ ਸੀ ਵਰਤ ਸਕਦੇ, ਤੇ ਘੱਟੋ ਘੱਟ ਜਿਹੜੇ ਸ਼ਬਦਾਂ ਦੇ ਨਾਲ ਉਹਨਾਂ ਟਵੀਟ ਕੀਤਾ ਆ, ਜੋ ਇੱਕ ਤਰ੍ਹਾਂ ਦਾ ਜਥੇਦਾਰ ਸਾਹਿਬ ਹੋਰਾਂ ਦੇ ਉੱਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਆ, ਹਾਂਜੀ, ਇਹ ਕਦਾਚਿਤ ਵੀ ਮੁਨਾਸਬ ਨਹੀਂ। ਔਰ ਮੇਰਾ ਖਿਆਲ ਹੈ ਕਿ ਕਿਉਂਕਿ ਬਲਟੋਆ ਸਾਹਿਬ ਉਹਨਾਂ ਨੇ ਜ਼ਿਆਦਾ ਜਿਹੜਾ ਫੋਕਸ ਹੈ ਉਹ ਅਲਟੀਮੇਟਮ ਸ਼ਬਦ ਤੇ ਕੀਤਾ ਹੈ ਕਿ 24 ਘੰਟਿਆਂ ਦਾ ਅਲਟੀਮੇਟਮ ਜਥੇਦਾਰ ਅਕਾਲ ਤਖਤ ਸਾਹਿਬ ਨੇ ਦਿੱਤਾ ਸੀ। ਸੋ ਕਿਤੇ ਨਾ ਕਿਤੇ ਮਤਲਬ ਜੋ ਸ਼ਬਦਾਂ ਦਾ ਭਾਵ ਆਪਾਂ ਸਮਝ ਸਕਦੇ ਹਾਂ, ਜਾਂ ਜੋ ਟਵੀਟ ਜਿਸ ਤਰੀਕੇ ਨਾਲ ਆਉਂਦੇ ਉਸ ਦੇ ਬੜੇ ਸਾਰੇ ਮਤਲਬ ਕੱਢੇ ਜਾਂਦੇ ਆ, ਹਰ ਕੋਈ ਆਪਣੇ ਤਰੀਕੇ ਨਾਲ ਉਸ ਦਾ ਮਤਲਬ ਕੱਢਦਾ ਹੈ। ਪਰ ਇਹ ਟਵੀਟ ਦੇਖ ਕੇ ਇਦਾਂ ਲੱਗਦਾ ਹੈ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਅਲਟੀਮੇਟਮ ਸ਼ਬਦ ਤੋਂ ਉਹਨਾਂ ਨੇ ਜ਼ਿਆਦਾ ਜਿਹੜਾ ਹੈ ਤਿੱਖਾਪਨ ਫਿਰ ਵਰਤਿਆ ਇਸ ਜਵਾਬ ਨੂੰ ਦੇਣ ਲਈ ਕਿ ਤੁਸੀਂ ਇਸ ਤਰੀਕੇ ਨਾਲ ਜੋ ਸਟੇਟ ਦਾ ਮਾਹੌਲ ਹੈ ਅਸੀਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਜੇ ਤੁਸੀਂ ਅਲਟੀਮੇਟਮ ਦੇ ਕੇ ਇਸ ਤਰੀਕੇ ਨਾਲ ਇੱਕ ਤਰੀਕੇ ਨਾਲ ਲੋਕਾਂ ਨੂੰ ਅੱਗੇ ਇਕੱਠਾ ਕਰਨ ਦੀ ਕਾਲ ਦਿਓਗੇ ਤਾਂ ਉਹ ਸਟੇਟ ਲਈ ਠੀਕ ਨਹੀਂ ਹੈ, ਜੋ ਮੋਟੇ ਤੌਰ ਤੇ ਇਸ ਦਾ ਭਾਵ ਨਜ਼ਰ ਆਉਂਦਾ ਹੈ। ਦੇਖੋ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬੋਲ ਰਹੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਬੋਲ ਰਹੇ ਨੇ, ਕੌਮ ਵੱਲੋਂ ਕੀਤੇ ਹੋਏ ਫੈਸਲੇ ਨੂੰ ਆਪਣੇ ਸ਼ਬਦਾਂ ਰਾਹੀਂ ਬਿਆਨ ਕਰ ਰਹੇ ਨੇ, ਔਰ ਜੋ ਉੱਥੇ ਕੌਮ ਨੇ ਡਿਸਾਈਡ ਕੀਤਾ ਆ, ਉੱਥੇ ਜੋ ਵੱਖ-ਵੱਖ ਸੰਪਰਦਾਵਾਂ, ਜਥੇਬੰਦੀਆਂ, ਨਿਹੰਗ ਸਿੰਘਾਂ ਨੇ ਜਾਂ ਜਿਹੜੇ ਵੀ ਆਏ ਹੋਏ ਉੱਥੇ ਸਿੱਖ ਆਗੂ ਸੀ ਉਹਨਾਂ ਨੇ ਤੈਅ ਕੀਤਾ ਆ, ਉੱਥੇ ਬਕਾਇਦਾ ਇਹ ਉੱਥੇ ਤੈਅ ਹੋਇਆ ਹੈ ਕਿ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿਓ 24 ਘੰਟੇ ਦਾ। ਇਹ ਜਥੇਦਾਰ ਦਾ ਵੀ ਹੱਕ ਹੈ। ਜਥੇਦਾਰ ਬੇਨਤੀ ਨਹੀਂ ਕਰੂਗਾ, ਜਥੇਦਾਰ ਭਗਵੰਤ ਮਾਨ ਦੇ ਤਰਲੇ ਨਹੀਂ ਮਾਰੂਗਾ ਜਾਂ ਦਿੱਲੀ ਤਖਤ ਦੇ ਤਰਲੇ ਨਹੀਂ ਮਾਰੂਗਾ। ਜਥੇਦਾਰ ਦੇ ਸ਼ਬਦਾਂ ਦੇ ਵਿੱਚ ਜਥੇਦਾਰੀ ਝਲਕਦੀ ਨਜ਼ਰ ਆਉਣੀ ਚਾਹੀਦੀ, ਤੇ ਉਹ ਆਈ ਵੀ ਹੈ ਕੱਲ, ਜਿੱਥੇ ਉਹਨਾਂ ਨੇ ਬੜੀ ਨਿਮਰਤਾ ਵਾਲੇ ਤਰੀਕੇ ਦੇ ਨਾਲ, ਜਾਂ ਜੋ ਇੱਕ ਸਿੱਖ ਨੂੰ ਅੱਜ ਦੇ ਜ਼ਮਾਨੇ 'ਚ ਟਾਕਰਾ ਕਰਨ ਵਾਸਤੇ ਜਿਸ ਮੁਤਾਬਕ ਜਿਸ ਤਰੀਕੇ ਨਾਲ ਚੱਲਣਾ ਚਾਹੀਦਾ, ਉਹਦੀ ਵੀ ਉਹਨਾਂ ਨੇ ਸੇਧ ਦਿੱਤੀ ਹੈ ਕਿ ਸਾਨੂੰ ਭੜਕਾਉਣਾ ਚਾਹੁੰਦੇ ਹੈ, ਭੜਕਣਾ ਨਹੀਂ, ਸਾਡਾ ਨੁਕਸਾਨ ਕਰਨਾ ਚਾਹੁੰਦੇ ਹੈ ਭੜਕਾ ਕੇ। ਔਰ ਇਹ ਜਥੇਦਾਰ ਹੋਰਾਂ ਨੇ ਕਿਹਾ, ਪਰ ਜਿਸ ਤਰ੍ਹਾਂ ਦੇ ਸ਼ਬਦਾਂ ਦਾ ਵਰਤੋਂ ਜਿਹੜੀ ਆ ਭਗਵੰਤ ਮਾਨ ਹੋਰਾਂ ਨੇ ਕੀਤੀ ਆ, ਇੱਕ ਕਿਸੇ ਸਿੱਖ ਮਾਨਸਿਕਤਾ ਵਾਲੇ ਇਹ ਮੁੱਖ ਮੰਤਰੀ ਦੀ ਨਹੀਂ, ਹਾਂਜੀ, ਕਿਸੇ ਪੰਜਾਬੀ ਦੀ ਵੀ ਨਹੀਂ, ਕਿਸੇ ਪੰਜਾਬੀ ਮੁੱਖ ਮੰਤਰੀ। ਇਹਦੇ 'ਚ ਦੋ ਚੀਜ਼ਾਂ ਨੇ। ਇੱਕ ਤੇ ਜਿਹੜੇ ਸਰਕਾਰ ਦਾ ਪੱਖ ਹੈ ਜਾਂ ਸਰਕਾਰ ਦਾ ਤਰਕ ਇਹਦੇ 'ਚ ਇਹ ਹੈ ਵੀ ਅਸੀਂ ਜਿਹੜੇ 8 ਬੰਦੇ ਨੇ ਉਹਨਾਂ ਤੇ NSA ਲਾਈ ਹੈ, ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਹੈ, ਤੇ 40 ਦੇ ਕਰੀਬ ਐਸੇ ਬੰਦੇ ਨੇ ਜਿਹੜੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਨੇ, ਤੇ ਬਾਕੀ ਅਸੀਂ ਜਿੰਨੇ ਵੀ ਆ ਉਹਨਾਂ ਨੂੰ ਪੁੱਛਗਿੱਛ ਤੋਂ ਬਾਅਦ ਅਸੀਂ ਛੱਡ ਰਹੇ ਹਾਂ। ਇਹ ਸਰਕਾਰ ਦਾ ਪੱਖ ਹੈ ਜਾਂ ਉਹ ਤਰਕ ਦੇ ਰਹੇ ਨੇ, ਔਰ ਜਥੇਦਾਰ ਸਾਹਿਬ ਨੇ ਕਿਹਾ ਵੀ 24 ਘੰਟਿਆਂ ਦੇ ਵਿੱਚ ਤੁਸੀਂ ਸਾਰਿਆਂ ਨੂੰ ਛੱਡੋ। ਸੋ ਇਹਦੇ ਵਿੱਚ ਇੱਕ ਕਾਨੂੰਨੀ ਪੱਖ ਵੀ ਹੈ। ਔਰ ਕੀ ਇਹ ਚੀਜ਼ਾਂ ਤੁਹਾਡੇ ਹਿਸਾਬ ਨਾਲ ਇਸ ਤਰੀਕੇ ਨਾਲ ਪੋਸੀਬਲ ਨੇ ਕਿ 24 ਘੰਟਿਆਂ ਦੇ ਵਿੱਚ ਜੇ NSA ਵੀ ਲੱਗਿਆ ਹੋਵੇ ਜਾਂ ਕਿਸੇ ਤੇ FIRਾਂ ਦਰਜ ਹੋ ਗਈਆਂ ਹੋਣ ਅਪਰਾਧਿਕ ਗਤੀਵਿਧੀਆਂ ਦੀਆਂ, ਜਿਸ ਵੀ ਧਾਰਾ ਦੇ ਤਹਿਤ ਉਹਨਾਂ ਨੇ ਕੀਤੀ ਜਾਂ ਜਿਸ ਵੀ ਕ੍ਰਾਈਮ ਦੇ ਤਹਿਤ ਉਹਨਾਂ ਨੇ ਕੀਤੀ, ਕੀ ਇਹ ਸਭ ਕੁਝ 24 ਘੰਟੇ 'ਚ ਪੋਸੀਬਲ ਹੈ, ਜਾਂ ਇਸ ਨੂੰ ਗੱਲਬਾਤ ਦੇ ਜ਼ਰੀਏ ਬਹਿ ਕੇ ਇਸ ਨੂੰ ਵੀ ਡਿਸਕਸ ਕੀਤਾ ਜਾ ਸਕਦਾ ਸੀ? ਨਹੀਂ, ਪੋਸੀਬਲ ਨੂੰ ਤਾਂ ਸਭ ਕੁਝ ਪੋਸੀਬਲ ਹੈ। ਬਾਕੀ ਰਹਿ ਗਈ ਗੱਲ, ਮੁੱਖ ਮੰਤਰੀ ਸਾਹਿਬ ਦਾ ਫਰਜ਼ ਬਣਦਾ ਸੀਗਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਆਪਣੀ ਪਹੁੰਚ ਕਰਦੇ, ਆਪਣਾ ਪੱਖ ਰੱਖਦੇ। ਹੁਣ ਗੱਲ ਇਹ ਹੈ ਕਿ ਇਹ ਕਹਿੰਦੇ ਕਿ ਅਸੀਂ 8 ਬੰਦਿਆਂ ਤੇ NSA ਲਾਈ ਆ ਤੇ 4 ਹੀ ਸਾਨੂੰ ਵਾਂਟਡ ਨੇ, ਬਾਕੀ ਅਸੀਂ ਛੱਡ ਦਾਂਗੇ ਜੀ, ਜਾਂ ਛੱਡਦੇ ਹੈ। ਮੇਰੇ ਖਿਆਲ 200 ਦੀ ਫਿਗਰ ਦਿੱਤੀ ਉਹਨਾਂ ਨੇ, 200 ਦੇ ਕਰੀਬ ਜਿਹੜੇ ਛੱਡ। ਤੁਸੀਂ ਪਿੰਡਾਂ 'ਚ ਜਾਂ ਮੈਂ ਹੁਣ ਆਪਦੇ ਹਲਕੇ ਜਾਂ ਆਪਦੇ ਜ਼ਿਲ੍ਹੇ 'ਚ ਝਾਤੀ ਮਾਰਦਾ ਹੈ ਤੇ ਇਹ ਮਤਲਬ ਕੋਈ ਵਿਰਲਾ ਪਿੰਡ ਬਚਿਆ ਹੋਊਗਾ ਜਿੱਥੇ ਜਾ ਕੇ ਦਗੜ ਨਹੀਂ ਕੀਤੀ ਇਹਨਾਂ ਨੇ, ਭਾਵੇਂ ਇੱਕ ਦੇ ਮਗਰੀ ਕੀਤੀ ਹੋਵੇ। ਦੂਜੀ ਗੱਲ ਜਿਹੜੀ ਹੈ, ਤੁਸੀਂ ਮੈਨੂੰ ਦੱਸ ਦਿਓ ਕਿ ਪੱਤਰਕਾਰਾਂ ਦੇ ਟਵਿੱਟਰ ਅਕਾਊਂਟ ਬੰਦ ਕਰਨੇ, ਆਮ ਲੋਕਾਂ ਦੇ ਟਵਿੱਟਰ ਅਕਾਊਂਟ ਬੰਦ ਕਰਨੇ, ਫੇਸਬੁੱਕ ਅਕਾਊਂਟ ਬੰਦ ਕਰਨੇ, ਉਹਨਾਂ ਦੇ ਵੈਬ ਚੈਨਲ ਬੰਦ ਕਰਨੇ, ਪੱਤਰਕਾਰਾਂ ਤੇ ਮੁਕੱਦਮੇ ਦਰਜ ਕਰਨੇ, ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਭੇਜਣਾ, ਹਾਂਜੀ, ਇਹ ਮਤਲਬ ਇੱਕ ਚੰਗਾ ਸਿਗਨਲ ਹੈ? ਇਹ ਐਮਰਜੈਂਸੀ ਨਹੀਂ, ਇੱਕ ਐਮਰਜੈਂਸੀ ਵਾਲਾ ਮਾਹੌਲ ਨਹੀਂ ਸਿਰਜਿਆ ਜਾ ਰਿਹਾ। ਇਸ ਕਰਕੇ ਜਿਹੜੀ ਸਾਡੀ ਮਤਲਬ ਜਿਹੜਾ ਮੈਂ ਤੇ ਮਤਲਬ ਭਗਵੰਤ ਮਾਨ ਹੋਰਾਂ ਨੂੰ ਕਹੂੰਗਾ ਕਿ ਅੱਜ ਦੇ ਜ਼ਮਾਨੇ 'ਚ ਤੁਸੀਂ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਹੈ, ਮੰਨ ਲਓ ਹੁਣ ਅਜਨਾਲੇ ਵਾਲੀ ਘਟਨਾ ਹੈ, ਅਜਨਾਲੇ ਵਾਲੀ ਘਟਨਾ ਦੇ ਉੱਤੇ ਜੋ ਧਾਰਾ ਬਣਦੀ ਹੈ ਤੁਸੀਂ ਲਾ ਦਿਓ,
ਤੁਸੀਂ ਚੱਕ ਕੇ NSA ਵਰਗਾ ਕਾਨੂੰਨ ਜਿਹੜਾ ਦੇਸ਼ ਵਿਰੋਧੀ ਗਤੀਵਿਧੀਆਂ, ਦੇਸ਼ ਵਿਰੋਧੀ ਹਥਿਆਰਬੰਦ ਬਗਾਵਤ, ਹਥਿਆਰਬੰਦ ਜੰਗ ਦੇ ਮਸਲੇ ਤੇ ਲੱਗਦਾ ਆ, ਤੇ ਲਾ ਕੇ ਤੁਸੀਂ ਚੱਕ ਕੇ ਕਾਲੇ ਪਾਣੀ ਦੀਆਂ ਸਜ਼ਾਵਾਂ ਦੇਈ ਜਾਓਗੇ, ਡਿਬਰੂਗੜ੍ਹ 'ਚ ਸੁੱਟੀ ਜਾਓਗੇ, ਸਾਮ 'ਚ, ਜਿੱਥੇ ਨਾ ਸਾਡਾ ਖਾਣਾ ਰਲੇ, ਨਾ ਸਾਡਾ ਕਲਚਰ ਰਲੇ, ਨਾ ਸਾਡੀ ਭਾਸ਼ਾ ਰਲੇ, ਤੇ ਉਹਨਾਂ ਵਾਸਤੇ ਤੇ ਇਹ ਪਤਾ ਨਹੀਂ ਕਿੱਡੇ ਕੁ ਲੋਕ ਖਤਰਨਾਕ ਆ ਗਏ। ਤੇ ਉੱਥੇ ਕਿਉਂਕਿ ਅਸੀਂ ਦੇਖਿਆ ਜਦੋਂ ਸਾਨੂੰ ਜੂਨ 84 ਦੇ ਵਿੱਚ ਚੱਕ ਕੇ ਜੋਧਪੁਰ ਮਾਰਿਆ ਸੀਗਾ NSA ਲਾ ਕੇ, ਤੇ ਸਾਡੇ ਨਾਲ ਉੱਥੇ ਜਿਸ ਤਰ੍ਹਾਂ ਦਾ ਵਿਹਾਰ ਹੁੰਦਾ ਸੀਗਾ, ਕੁਦਰਤੀ ਹੁਣ ਇਹ ਜਿਹੜੇ ਇੱਥੋਂ ਅਸਾਮ 'ਚ ਸੁੱਟੇ ਹੈ, ਕਿਉਂਕਿ ਪ੍ਰਚਾਰ ਹੀ ਜਿਹੜਾ ਮੀਡੀਆ 'ਚ, ਨੈਸ਼ਨਲ ਮੀਡੀਆ 'ਚ ਇਸ ਤਰੀਕੇ ਨਾਲ ਕੀਤਾ ਗਿਆ ਹੈ, ਹਵਾ ਖੜਾ ਕਰ ਦਿੱਤਾ ਗਿਆ ਸਿੱਖਾਂ ਦਾ। ਹਾਂਜੀ, ਫਿਰ ਮੈਂ ਭਗਵੰਤ ਮਾਨ ਹੋਰਾਂ ਨੂੰ ਪੁੱਛਦਾ ਹਾਂ ਕਿ ਤੁਹਾਡੇ ਮੂੰਹ ਸ਼ਬਦ ਇੱਕ ਨਿਕਲਿਆ, ਜਿਹੜੀ ਤੁਹਾਡੀ ਇੱਕ SSP ਨੇ, ਤੁਹਾਡੇ ਪੁਲਿਸ ਮਹਿਕਮੇ ਨੇ ਜਿਹੜਾ ਆ ਸਿੱਖਾਂ ਦੇ ਨਿਸ਼ਾਨ ਸਾਹਿਬਾਂ ਬਾਰੇ, ਹਾਂਜੀ, ਖਾਲਸਾ ਰਾਜ ਦੇ ਨਿਸ਼ਾਨ ਬਾਰੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜੋ ਝੰਡਾ ਸੀਗਾ ਉਹਨੂੰ ਖਾਲਿਸਤਾਨ ਦੇ ਝੰਡੇ ਦੇ ਤੌਰ ਤੇ ਪੇਸ਼ ਕਰਤਾ, ਸਿੱਖ ਰਿਆਸਤਾਂ ਦੇ ਇਨਸਿਗਨੀਆਂ ਨੂੰ ਖਾਲਿਸਤਾਨ ਦੇ ਸੂਬਿਆਂ ਦਾ ਪੇਸ਼ ਕਰਤਾ। ਕੀ ਮਾਫੀ ਮੰਗੋ ਕਿ ਤੁਹਾਡਾ ਫਰਜ਼ ਨਹੀਂ ਬਣਦਾ? ਹੁਣ ਤੱਕ ਕਾਰਵਾਈ ਹੁੰਦੀ ਪੁਲਿਸ ਦੇ ਉੱਤੇ ਤੇ ਤੁਹਾਨੂੰ ਖੁਦ ਨੂੰ ਮਾਫੀ ਮੰਗਣੀ ਚਾਹੀਦੀ ਸੀ। ਔਰ ਪੂਰੇ ਨੈਸ਼ਨਲ ਮੀਡੀਆ 'ਚ ਜਿਹੜਾ ਬਰਾੜ ਸਾਹਿਬ ਉਹ ਜਿਹੜਾ ਝੰਡਾ ਜਿਹੜਾ ਖਾਲਿਸਤਾਨ ਦਾ ਬਣਾ ਕੇ ਪੇਸ਼ ਕੀਤਾ, ਖਾਲਿਸਤਾਨੀ ਸੂਬਿਆਂ ਦੇ ਇਨਸਿਗਨੀਆਂ ਬਣਾ ਕੇ ਪੇਸ਼ ਕੀਤੇ, ਉਹਨੇ ਕੀ ਸਿਨੈਰੀਓ ਸਿਰਜਿਆ ਸਿੱਖਾਂ ਦਾ। ਚਲੋ ਠੀਕ ਹੈ ਵਲਟੋਆ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਲਈ, ਆਪਣਾ ਪੱਖ ਰੱਖਣ ਲਈ, ਕਿਉਂਕਿ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ।